मैं पंजाबी गुरुआं पीरां अवतारां दी बोली, मां दी ममता वर्गी मिठी दुध विच मिश्री घोली। रज रज लाड लडाया तेनू, लोरियां नाल खिडाया तेनू, मैं ही बोलण लाया तेनू, मैं ही बोलण लाया तेनू। भुल गया मां दा प्यार वे मैं तेरी मां दी बोलियां, मां दी बोलियां। मैनू यो ना मनो विसार वे मैं तेरी मां दी बोलियां। ਸਾਨੂੰ ਮਾਣ ਹੀ ਨਹੀਂ ਹੈਗਾ ਆਪਣੀ ਪੰਜਾਬੀ ਬੋਲਣ ਦੇ ਵਿੱਚ। ਜੇਕਰ ਸਾਨੂੰ ਮਾਣ ਹੋਏਗਾ ਜਿਸ ਚੀਜ਼ 'ਚ, ਉਹੀ ਅਸੀਂ ਚੀਜ਼ ਕਿਸੇ ਨੂੰ ਅੱਗੇ ਦੇ ਸਕਦੇ ਹਾਂ, ਉਹੀ ਵਿਰਸਾ ਜੇ ਸਾਨੂੰ ਆਪਣੇ ਵਿੱਚ ਮਾਣ ਹੋਏਗਾ ਤੇ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਦੇ ਸਕਦੇ ਹਾਂ। ਜੋ ਮੇਰੇ ਹਿਸਾਬ ਨਾਲ ਹੈ ਕਿ ਅਸੀਂ ਹਲੇ ਵੀ ਅੰਗਰੇਜ਼ਾਂ ਦੇ ਗੁਲਾਮ ਆ। ਅੰਗਰੇਜ਼ ਭਾਰਤ ਤਾਂ ਛੱਡ ਗਏ ਨੇ, ਪਰ ਸਾਡੇ ਦਿਲਾਂ 'ਚ ਉਹਨਾਂ ਦੀ ਗੁਲਾਮੀ ਹਾਲੇ ਤੱਕ ਨਹੀਂ ਗਈ ਹੈਗੀ। ਉੱਥੇ ਬੱਚਿਆਂ ਨੂੰ ਪੰਜਾਬੀ ਬੋਲਣੀ, ਉੱਥੇ ਕਹਿੰਦੇ ਤੁਸੀਂ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਵਾਰਤਾਲਾਪ ਕਰਨਾ ਵਾ। ਤਾਂ ਮੈਨੂੰ ਲੱਗਦਾ ਵੀ ਸਾਨੂੰ ਨੌਜਵਾਨ ਪੀੜ੍ਹੀ ਹੁੰਦੇ ਹੋਏ ਸਾਨੂੰ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਚੀਚੀ ਕਰਦੀ ਚਿੜੀਆਂ ਦਾ, ਕਲ ਕਲ ਕਰਦੀਆਂ ਨਦੀਆਂ ਦਾ, ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਣਾ ਹੁੰਦਾ ਹੈ। ਮੈਂ ਸੁਣਿਆ ਇਸ ਦੇਸ਼ ਵਿੱਚ ਇੱਕ ਅਜਿਹਾ ਵੀ ਥਾਂ ਹੈ ਜਿੱਥੇ ਆਪਣੀ ਹੀ ਮਾਂ ਬੋਲੀ ਬੋਲਣ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਸਕੂਲ ਵਾਲਿਆਂ ਨੂੰ ਚਾਹੀਦਾ ਹੈ ਕਿ ਸਾਨੂੰ ਇਸ ਚੀਜ਼ 'ਤੇ ਜੁਰਮਾਨਾ ਨਾ ਲਾਇਆ ਜਾਵੇ। ਸਾਨੂੰ ਸਾਡੇ ਵਿਰਸੇ ਤੋਂ, ਸਾਡੀ ਮਾਤ ਬੋਲੀ ਤੋਂ, ਸਾਡੀ ਮਾਂ ਤੋਂ, ਮਤਲਬ ਜਿਹੜੀ ਰੂਹਾਂ ਦੀ ਬੋਲੀ ਹੈ, ਗੁਰੂਆਂ ਪੀਰਾਂ ਪਰਮਾਤਮਾ ਮਹਾਨ ਸੰਤਾਂ ਦੀ ਬੋਲੀ, ਉਹਨਾਂ ਤੋਂ ਸਾਨੂੰ ਦੂਰ ਨਾ ਕੀਤਾ ਜਾਵੇ। ਅਸੀਂ ਪੰਜਾਬ ਵਾਸੀ ਹਾਂ ਅਤੇ ਪੰਜਾਬ ਵਿੱਚ ਰਹਿ ਕੇ ਅਸੀਂ ਆਪ ਹੀ ਪੰਜਾਬੀ ਨੂੰ ਵਿਸਰੇ ਬੈਠੇ ਹਾਂ ਅਤੇ ਅਸੀਂ ਦੂਜਿਆਂ ਤੋਂ ਆਸ ਰੱਖਦੇ ਹਾਂ ਕਿ ਉਹ ਸਾਡੀ ਮਾਂ ਬੋਲੀ ਨੂੰ ਸਿੱਖਣ ਅਤੇ ਸਮਝਣ। ਸਰਕਾਰੀ ਪੱਧਰ 'ਤੇ, ਰਾਜ ਪੱਧਰ 'ਤੇ ਤਾਂ ਇਹ ਕੰਮਕਾਜ ਅਸੀਂ ਪੰਜਾਬੀ ਬੋਲੀ ਵਿੱਚ ਕਰ ਹੀ ਸਕਦੇ ਹਾਂ ਅਤੇ ਅੰਗਰੇਜ਼ੀ, ਹਿੰਦੀ, ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਹੀ ਸਾਨੂੰ ਪੰਜਾਬੀ ਪੱਧਰ 'ਤੇ, ਪੰਜਾਬੀ ਰਾਜ ਪੱਧਰ 'ਤੇ ਸਾਨੂੰ ਪੰਜਾਬੀ ਦੀ ਮਹੱਤਤਾ ਉਸ ਨੂੰ ਪਛਾਣਨਾ ਚਾਹੀਦਾ ਹੈ। ਕੈਨੇਡਾ ਦੇ ਵਿੱਚ ਵੀ ਤਾਂ ਪੰਜਾਬੀ ਬੋਲੀ ਨੂੰ ਜਿਹੜੇ ਸਾਡੇ ਪੰਜਾਬੀ ਭਰਾ ਨੇ ਉਹ ਦੂਜੇ ਸਥਾਨ 'ਤੇ ਲੈ ਕੇ ਆਏ ਨੇ। ਇਹਦਾ ਮਤਲਬ ਗੁਣਵੱਤਾ ਤਾਂ ਸਾਡੀ ਭਾਸ਼ਾ ਵਿੱਚ ਵੀ ਹੈ ਨਾ, ਪਰ ਅਸੀਂ ਉਹਨੂੰ ਹਾਲੇ ਤੱਕ ਸਮਝ ਹੀ ਨਹੀਂ ਪਾਏ ਕਿਉਂਕਿ ਉਹ ਸਾਡੇ ਕਹਿੰਦੇ ਆ ਨਾ ਜਿਵੇਂ ਆਸਾਨੀ ਨਾਲ ਮਿਲ ਜਾਂਦੀ ਹੈ ਸਾਨੂੰ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਰਵਾਂ ਇੱਥੇ ਤੇ ਅੰਗਰੇਜ਼ੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ੀ, ਤੁਸੀਂ ਵੇਖ ਰਹੇ ਹੋ ਲੁਧਿਆਣਾ ਟਾਈਮਸ। ਕਹਿੰਦੇ ਹਨ ਜਿਹੜੀ ਮਾਂ ਬੋਲੀ ਹੁੰਦੀ ਹੈ ਉਹ ਮਾਂ ਹੀ ਰਹਿੰਦੀ ਹੈ, ਮਾਸੀ ਨਹੀਂ ਬਣ ਜਾਂਦੀ। ਇੱਦਾਂ ਹੀ ਮਾਂ ਬੋਲੀ ਪੰਜਾਬੀ ਦੀ ਜੇਕਰ ਗੱਲ ਕਰੀਏ ਤਾਂ ਹੌਲੀ ਹੌਲੀ ਜਿਹੜੀ ਸਾਡੀ ਪੰਜਾਬੀ ਹੈ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਇਸ ਦੇ ਕੀ ਕਾਰਨ ਨੇ? ਕਾਰਨ ਤਾਂ ਬਹੁਤ ਨੇ, ਪਰ ਸਾਡੇ ਕੋਲ ਇੱਥੇ ਜਿਹੜੀ ਕੁੜੀਆਂ ਮੌਜੂਦ ਨੇ, ਨੌਜਵਾਨ ਕੁੜੀਆਂ ਮੌਜੂਦ ਨੇ, ਪੰਜਾਬ ਦੀ ਕੁੜੀਆਂ ਨੇ, ਇਹਨਾਂ ਤੋਂ ਪੁੱਛਾਂਗੇ ਕਿ ਪੰਜਾਬੀ ਜਿਹੜੀ ਹੈਗੀ ਹੈ, ਜਿੱਥੇ ਆਪਾਂ ਪੈਦਾ ਹੋਏ ਹਾਂ, ਅਸੀਂ ਕਿਉਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਆਪਣੀ ਹੀ ਮਾਂ ਬੋਲੀ ਬੋਲਣ ਵੇਲੇ। ਤਾਂ ਪਹਿਲਾਂ ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ। ਸਾਡੇ ਸਕੂਲਾਂ ਵਿੱਚ, ਸਾਡੇ ਕਾਲਜਾਂ ਵਿੱਚ ਤੁਹਾਡੇ ਅਕੋਰਡਿੰਗ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕਿ ਉੱਥੇ ਪੰਜਾਬੀ ਨੂੰ ਇੰਨੀ ਮਹੱਤਵਤਾ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ? ਨਹੀਂ, ਮੇਰੇ ਜੋ ਇੱਕ ਸਾਡਾ ਰਿਹਾ ਵਾ ਐਕਸਪੀਰੀਅੰਸ, ਇਸ ਤੋਂ ਇਹੀ ਹੈ ਕਿ ਸਾਨੂੰ ਸਕੂਲ ਦੇ ਵਿੱਚ ਵੀ ਪੰਜਾਬੀ ਬੋਲਣ ਵੇਲੇ ਸਾਨੂੰ ਝਿਜਕ ਹੁੰਦੀ ਸੀ ਵੀ ਸਾਨੂੰ ਪਤਾ ਨਹੀਂ ਜੱਜ ਕੀਤਾ ਜਾਏਗਾ ਜੇ ਅਸੀਂ ਬੋਲਾਂਗੇ, ਸਾਨੂੰ ਪੇਂਡੂ ਸਮਝਿਆ ਜਾਏਗਾ। ਅਤੇ ਇਸ ਚੀਜ਼ ਕਾਰਨ ਮੇਰੇ ਹਿਸਾਬ ਨਾਲ ਇਹੀ ਕਾਰਨ ਹੈਗਾ ਕਿ ਬੱਚੇ, ਅੱਜ ਦੀ ਜਿਹੜੀ ਯੂਥ ਆ ਉਹ ਨਹੀਂ ਬੋਲਦਾ, ਪੰਜਾਬੀ ਨੂੰ ਨਹੀਂ ਅਪਣਾ ਰਹੇ। ਸਾਨੂੰ ਮਾਣ ਹੀ ਨਹੀਂ ਹੈਗਾ ਆਪਣੀ ਪੰਜਾਬੀ ਬੋਲਣ ਦੇ ਵਿੱਚ। ਜੇਕਰ ਸਾਨੂੰ ਮਾਣ ਹੋਏਗਾ ਜਿਸ ਚੀਜ਼ 'ਚ, ਉਹੀ ਅਸੀਂ ਚੀਜ਼ ਕਿਸੇ ਨੂੰ ਅੱਗੇ ਦੇ ਸਕਦੇ ਹਾਂ, ਉਹੀ ਵਿਰਸਾ ਜੇ ਸਾਨੂੰ ਆਪਣੇ ਵਿੱਚ ਮਾਣ ਹੋਏਗਾ ਤੇ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਦੇ ਸਕਦੇ ਹਾਂ। ਸਾਨੂੰ ਆਪਣੀ ਮਾਂ ਬੋਲੀ ਪੰਜਾਬੀ 'ਤੇ ਕਿਉਂ ਮਾਣ ਨਹੀਂ ਹੈਗਾ? ਜੋ ਮੇਰੇ ਹਿਸਾਬ ਨਾਲ ਹੈ ਕਿ ਅਸੀਂ ਹਲੇ ਵੀ ਅੰਗਰੇਜ਼ਾਂ ਦੇ ਗੁਲਾਮ ਆ। ਅੰਗਰੇਜ਼ ਭਾਰਤ ਤਾਂ ਛੱਡ ਗਏ ਨੇ, ਪਰ ਸਾਡੇ ਦਿਲਾਂ 'ਚ ਉਹਨਾਂ ਦੀ ਗੁਲਾਮੀ ਹਾਲੇ ਤੱਕ ਨਹੀਂ ਗਈ ਹੈਗੀ। ਅਤੇ ਜਿਵੇਂ ਤੁਸੀਂ ਸਕੂਲਾਂ ਦਾ ਵੀ ਪੁੱਛਿਆ, ਤਾਂ ਮੈਂ ਦੇਖਿਆ ਵੀ ਲੁਧਿਆਣੇ ਦੇ ਕਈ ਸਕੂਲਾਂ ਵਿੱਚ ਪੰਜਾਬੀ ਬੋਲਣੀ ਅਲਾਊਡ ਹੀ ਨਹੀਂ ਹੈਗੀ। ਉੱਥੇ ਬੱਚਿਆਂ ਨੂੰ ਪੰਜਾਬੀ ਬੋਲਣੀ, ਉੱਥੇ ਕਹਿੰਦੇ ਤੁਸੀਂ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਵਾਰਤਾਲਾਪ ਕਰਨਾ ਵਾ। ਤਾਂ ਮੈਨੂੰ ਲੱਗਦਾ ਵੀ ਸਾਨੂੰ ਨੌਜਵਾਨ ਪੀੜ੍ਹੀ ਹੁੰਦੇ ਹੋਏ ਸਾਨੂੰ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਵਾ। ਜਿਵੇਂ ਤੁਹਾਡਾ ਨਾਮ ਕੀ ਹੈ? ਅਸ਼ਮੀਤ। ਅਸ਼ਮੀਤ ਨੇ ਜਿਵੇਂ ਕਿਹਾ ਕਿ ਸਕੂਲਾਂ ਵਿੱਚ ਅਲਾਉ ਨਹੀਂ ਕੀਤਾ ਜਾਂਦਾ,
ਫਾਈਨ ਵੀ ਲਗਾ ਦਿੱਤਾ ਜਾਂਦਾ ਬੱਚਿਆਂ ਨੂੰ, ਤਾਂ ਕਿਤੇ ਨਾ ਕਿਤੇ ਤੁਹਾਡਾ ਆਪ ਦਾ ਕੋਈ ਮਕਸਦ ਨਹੀਂ ਬਣਦਾ ਕਿ ਸਕੂਲ 'ਚ ਤੁਸੀਂ ਕਹੋ ਕਿ ਅਸੀਂ ਪੰਜਾਬੀ ਪੜ੍ਹਨੀ ਹੈ? ਕਦੇ ਐਦਾਂ ਹੋਇਆ? ਹਾਂਜੀ, ਇਹ ਸਹੀ ਹੈ ਕਿ ਸਾਨੂੰ ਕਹਿਣਾ ਚਾਹੀਦਾ ਹੈ। ਸਕੂਲ ਵਾਲਿਆਂ ਦੀ ਇੱਕ ਰਿਸਪੌਂਸਿਬਿਲਟੀ ਵੀ ਬਣਦੀ ਹੈ ਕਿ ਉਹ ਸਾਨੂੰ ਪੰਜਾਬੀ ਭਾਸ਼ਾ ਪੜ੍ਹਾਉਣ। ਅਸੀਂ ਪੰਜਾਬ ਦੇ ਵਾਸੀ ਹਾਂ, ਪੰਜਾਬ ਦੇ ਵਿੱਚ ਅਸੀਂ ਜਨਮੇ ਹਾਂ, ਸਾਡੀ ਮਾਤ ਭਾਸ਼ਾ ਕੀ ਹੈ? ਪੰਜਾਬੀ ਹੈ। ਸਕੂਲ ਵਾਲਿਆਂ ਨੂੰ ਚਾਹੀਦਾ ਹੈ ਕਿ ਸਾਨੂੰ ਇਸ ਚੀਜ਼ 'ਤੇ ਜੁਰਮਾਨਾ ਨਾ ਲਾਇਆ ਜਾਵੇ। ਸਾਨੂੰ ਸਾਡੇ ਵਿਰਸੇ ਤੋਂ, ਸਾਡੀ ਮਾਤ ਬੋਲੀ ਤੋਂ, ਸਾਡੀ ਮਾਂ ਤੋਂ, ਮਤਲਬ ਜਿਹੜੀ ਰੂਹਾਂ ਦੀ ਬੋਲੀ ਹੈ, ਗੁਰੂਆਂ ਪੀਰਾਂ ਪਰਮਾਤਮਾ ਮਹਾਨ ਸੰਤਾਂ ਦੀ ਬੋਲੀ, ਉਹਨਾਂ ਤੋਂ ਸਾਨੂੰ ਦੂਰ ਨਾ ਕੀਤਾ ਜਾਵੇ। ਸੁਰਜੀਤ ਪਾਤਰ ਜੀ ਦੀਆਂ ਕੁਝ ਸਤਰਾਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਚਾਹਾਂਗੀ। ਚੀ ਚੀ ਕਰਦੀ ਚਿੜੀਆਂ ਦਾ, ਕਲ ਕਲ ਕਰਦੀਆਂ ਨਦੀਆਂ ਦਾ, ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਣਾ ਹੁੰਦਾ ਹੈ। ਮੈਂ ਸੁਣਿਆ ਇਸ ਦੇਸ਼ ਵਿੱਚ ਇੱਕ ਅਜਿਹਾ ਵੀ ਥਾਂ ਹੈ ਜਿੱਥੇ ਆਪਣੀ ਹੀ ਮਾਂ ਬੋਲੀ ਬੋਲਣ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਸੁਰਜੀਤ ਪਾਤਰ ਜੀ ਦੀਆਂ ਸਤਰਾਂ ਨੂੰ ਧਿਆਨ ਦਿਓ ਤੇ ਮੇਰੀ ਦਰਖਾਸਤ ਹੈ ਉਹਨਾਂ ਸਾਰੇ ਸਕੂਲਾਂ ਨੂੰ ਜਿਹੜੇ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਬੋਲਣ 'ਤੇ ਜੁਰਮਾਨਾ ਲਾਉਂਦੇ ਨੇ, ਜੋ ਕਿ ਸਰਾਸਰ ਗਲਤ ਹੈ। ਮੇਰੀ ਦਰਖਾਸਤ ਹੈ ਕਿ ਤੁਸੀਂ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਬੋਲਣ ਲਈ ਸਗੋਂ ਉਤਸ਼ਾਹ ਕਰੋ, ਉਹਨਾਂ ਦੇ ਵਿੱਚ ਹੌਸਲਾ ਪੈਦਾ ਕਰੋ, ਉਹਨਾਂ ਨੂੰ ਮਾਣ ਦਿਓ ਕਿ ਬੋਲੋ ਤੁਸੀਂ ਪੰਜਾਬੀ। ਧੰਨਵਾਦ। ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਤਾਂ ਅਸੀਂ ਫਸਟ ਲੈਂਗੁਏਜ ਨਹੀਂ ਰੱਖਦੇ, ਕਿਉਂਕਿ ਹੁਣ ਜਿਹੜੀ ਇੰਗਲਿਸ਼ ਹੈ ਇੱਕ ਗਲੋਬਲ ਲੈਂਗੁਏਜ ਹੈ, ਇੰਟਰਨੈਸ਼ਨਲ ਲੈਂਗੁਏਜ। ਤੁਸੀਂ ਇੰਗਲਿਸ਼ ਸਾਰੇ ਬੋਲਦੇ ਆ, ਹੈ ਨਾ, ਤਾਂ ਕਰਕੇ ਤੁਸੀਂ ਜੇ ਪੜ੍ਹਾਈ 'ਚ ਜਾ ਰਹੇ ਆ, ਤੁਸੀਂ ਕਰੀਅਰ 'ਚ ਜਾ ਰਹੇ, ਇੰਗਲਿਸ਼ ਬਹੁਤ ਇੰਪੋਰਟੈਂਟ ਲੈਂਗੁਏਜ ਹੈ। ਤੁਹਾਡੇ ਅਕੋਰਡਿੰਗਲੀ ਤੁਸੀਂ ਤਾਂ ਵੀ ਇੰਗਲਿਸ਼ ਤੁਸੀਂ ਸਾਰੇ ਪੜ੍ਹਦੇ ਹੋਵੋਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਇੰਗਲਿਸ਼ ਨਹੀਂ ਪੜ੍ਹਨੀ, ਸਾਡੀ ਪੰਜਾਬੀ ਬਹੁਤ ਹੈ। ਕਦੇ ਕਿਸੇ ਨੇ ਇੱਦਾਂ ਸੋਚਿਆ ਨਹੀਂ, ਹੈ ਨਾ। ਕਿਉਂ ਇੰਨੀ ਇੰਪੋਰਟੈਂਸ ਇੰਗਲਿਸ਼ ਨੂੰ ਦਿੱਤੀ ਜਾ ਰਹੀ ਹੈ? ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ, ਕਿਤੇ ਨਾ ਕਿਤੇ ਤੁਹਾਡਾ ਸਾਰਿਆਂ ਦਾ ਵੀ ਕਸੂਰ ਹੈ। ਤੇ ਇਸ 'ਤੇ ਕੀ ਕਹਿਣਾ ਚਾਹੋਗੇ? ਹਾਂਜੀ, ਜਿਵੇਂ ਅਸੀਂ ਘਰ ਪਰਿਵਾਰ ਤੋਂ ਹੀ ਅਸੀਂ ਆਪਣੀ ਬੋਲੀ ਜਿਹੜੀ ਮਾਂ ਬੋਲੀ ਸਿੱਖਦੇ ਆਂਗੇ, ਤੇ ਸਾਨੂੰ ਪਰਿਵਾਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਕਿ ਘਰ ਵਿੱਚ ਸਾਨੂੰ ਹਿੰਦੀ ਪੰਜਾਬੀ ਬੋਲਣੀ ਚਾਹੀਦੀ ਹੈ, ਹਿੰਦੀ ਇੰਗਲਿਸ਼ ਨਹੀਂ ਬੋਲਣੀ ਚਾਹੀਦੀ ਹੈਗੀ। ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਅਸੀਂ ਪੰਜਾਬੀ ਨੂੰ ਮਾਣ ਇਸ ਲਈ ਨਹੀਂ ਦੇ ਰਹੇ ਕਿਉਂਕਿ ਜਿਹੜੀਆਂ ਆਪਾਂ ਕਹਿੰਦੇ ਹਾਂ ਨਾ ਕਿ ਗੱਲ ਪਹਿਲਾਂ ਮਸਲਾ ਰੋਟੀ ਦਾ ਹੁੰਦਾ ਹੈ ਨਾ, ਕਿ ਜਿੱਥੋਂ ਸਾਡਾ ਰੋਟੀ ਦਾ ਮਸਲਾ ਹੱਲ ਹੋਏਗਾ ਅਸੀਂ ਉੱਧਰ ਨੂੰ ਜਾਵਾਂਗੇ। ਹੁਣ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਦੋਂ ਜਾ ਰਹੇ ਹਾਂ, ਅਸੀਂ ਅੰਗਰੇਜ਼ੀ ਕਿਉਂ ਸਿੱਖਦੇ ਹਾਂ? ਕਿਉਂਕਿ ਸਾਨੂੰ ਪਤਾ ਹੈ ਕਿ ਇਹ ਭਾਸ਼ਾ ਸਾਨੂੰ ਰੁਜ਼ਗਾਰ ਦੇਵੇਗੀ। ਠੀਕ ਹੈ, ਇਹ ਸਾਡੇ ਦਿਲ ਵਿੱਚੋਂ ਇਹ ਚੀਜ਼ ਨਿਕਲ ਗਈ ਹੈ ਕਿ ਜਿਹੜੀ ਪੰਜਾਬੀ ਹੈ ਉਹ ਵੀ ਸਾਨੂੰ ਰੁਜ਼ਗਾਰ ਦੇ ਸਕਦੀ ਹੈ। ਇੱਥੇ ਹੁਣ ਕਿਤੇ ਨਾ ਕਿਤੇ ਸਰਕਾਰ ਦਾ ਵਿੱਚ ਰੋਲ ਆਉਂਦਾ ਹੈ ਨਾ। ਜੇ ਸਰਕਾਰ ਸਾਨੂੰ ਇਹ ਮਤਲਬ ਸਾਨੂੰ ਇਹ ਯਕੀਨ ਦਿਵਾਵੇ ਕਿ ਤੁਹਾਡੀ ਪੰਜਾਬੀ ਭਾਸ਼ਾ ਵੀ ਤੁਹਾਨੂੰ ਰੁਜ਼ਗਾਰ ਦੇ ਸਕਦੀ ਹੈ। ਜਿਵੇਂ ਸਾਡੀਆਂ ਇੰਟਰਵਿਊਜ਼ ਹੁੰਦੀਆਂ ਨੇ ਜਾਂ ਅਸੀਂ ਕਿਸੇ ਨੌਕਰੀ ਲੈਣ ਲਈ ਜਾਂਦੇ ਹਾਂ, ਉੱਥੇ ਸਾਨੂੰ ਅੰਗਰੇਜ਼ੀ ਦੇ ਵਿੱਚ ਇੰਟਰਵਿਊ ਪੁੱਛਦੇ ਨੇ, ਹੈ ਨਾ। ਅਤੇ ਜੇ ਅਸੀਂ ਅੰਗਰੇਜ਼ੀ ਦੇ ਵਿੱਚ ਵਧੀਆ ਅੰਗਰੇਜ਼ੀ ਦੇ ਵਿੱਚ ਜਵਾਬ ਦਿੰਦੇ ਹਾਂ ਤਾਂ ਉਹਨੂੰ ਜ਼ਿਆਦਾ ਪੜ੍ਹਿਆ ਲਿਖਿਆ ਸਮਝਦੇ ਨੇ। ਅਤੇ ਕਿਤੇ ਨਾ ਕਿਤੇ ਸਰਕਾਰ ਦਾ ਵੀ ਕਸੂਰ ਹੈ। ਉਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੀਦਾ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਪੰਜਾਬੀ ਭਾਸ਼ਾ ਵੀ ਤੁਹਾਨੂੰ ਰੁਜ਼ਗਾਰ ਦੇ ਸਕਦੀ ਹੈ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਨੇ। ਪਤਾ ਨਹੀਂ ਤੁਹਾਨੂੰ ਇਹ ਗੱਲ ਪਤਾ ਹੋਏਗੀ ਕਿ ਨਹੀਂ, ਕਿ ਜਦ ਅਸੀਂ ATM 'ਤੇ ਜਾਂਦੇ ਹੁੰਦੇ ਹਾਂ ਤਾਂ ਅਕਸਰ ਉੱਥੇ 3 ਲੈਂਗੁਏਜਸ ਆਉਂਦੀਆਂ ਨੇ ਸਾਡੇ ਕੋਲ, ਹੈ ਨਾ। ਇੰਗਲਿਸ਼, ਪੰਜਾਬੀ, ਹਿੰਦੀ ਆਉਂਦੀ ਹੈ। ਜ਼ਿਆਦਾਤਰ ਲੋਕ ਇੰਗਲਿਸ਼ ਚੂਜ਼ ਕਰਦੇ ਆ, ਤਾਂ ਕਰਕੇ ਸਰਕਾਰ ਇੱਕ ਵੇਰਵਾ ਕਰਦੀ ਹੈ ਜਿੱਥੇ ਕਿ ਜ਼ਿਆਦਾ ਕਿਹੜੀ ਲੈਂਗੁਏਜ ਯੂਜ਼ ਹੁੰਦੀ ਹੈ, ਉਸੇ ਵੇਰਵੇ 'ਤੇ ਮਤਲਬ ਅਕੋਰਡਿੰਗਲੀ ਸਾਰਾ ਮਤਲਬ ਸਰਕਾਰ ਉਹਨੂੰ ਅਕੋਰਡਿੰਗਲੀ ਸਿਸਟਮ ਵਿੱਚ ਲੈ ਕੇ ਆਉਂਦੀ ਹੈ। ਅਤੇ ਕਿਤੇ ਨਾ ਕਿਤੇ ਮਤਲਬ ਅਸੀਂ ਅੰਗਰੇਜ਼ੀ ਆਪ ਚੂਜ਼ ਕਰ ਰਹੇ ਹਾਂ, ਸਰਕਾਰ ਤਾਂ ਉਹੀ ਕਰ ਰਹੀ ਹੈ ਜੋ ਅਸੀਂ ਕਰ ਰਹੇ ਹਾਂ। ਹਾਂਜੀ, ਅਸੀਂ ਬਿਲਕੁਲ ਜ਼ਿੰਮੇਵਾਰ ਹਾਂ ਇਸ ਗੱਲ ਦੇ। ਮੰਨਦੇ ਹਾਂ ਕਿ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ, ਲੇਕਿਨ ਹਰ ਇੱਕ ਭਾਸ਼ਾ ਨੂੰ ਪ੍ਰੋਪਰ ਸਤਿਕਾਰ ਦੇਣਾ ਚਾਹੀਦਾ ਹੈ। ਲੋੜ ਹੈ ਕਿ ਸਰਕਾਰੀ ਪੱਧਰ 'ਤੇ ਵੀ ਚਾਹੀਦਾ ਹੈ ਕਿ ਇਸ ਚੀਜ਼ ਨੂੰ ਹੋਰ ਵਧਾਇਆ ਜਾਵੇ। ਸਾਡੀ ਮਾਂ ਬੋਲੀ, ਸਾਡੀ ਪੰਜਾਬੀ ਜਿਹੜੀ ਬੋਲੀ ਹੈ ਉਹ ਗੁਰੂਆਂ ਦੀ ਬੋਲੀ ਹੈ। ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜਿਹੜੀ ਬਾਣੀ ਦਰਜ ਹੈ ਉਹ ਗੁਰੂਆਂ ਦੀ ਬਾਣੀ ਹੈ। ਮਾਂ ਬੋਲੀ ਸਾਡੀ ਪੰਜਾਬੀ ਹੀ ਹੈ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਜਦ ਵੀ ਜਾਈਏ ਬਾਹਰ, ਸਾਨੂੰ ਜਦੋਂ ਵੀ ਮੌਕਾ ਮਿਲੇ ਅਸੀਂ ਪੰਜਾਬੀ 'ਚ ਵਾਰਤਾਲਾਪ ਕਰੀਏ। ਅਸੀਂ ਇਹ ਨਾ ਵਿਸਰੀਏ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਸਾਨੂੰ ਇਸ ਨੂੰ ਕਦੇ ਨਹੀਂ ਵਿਸਰਨਾ ਚਾਹੀਦਾ। ਸੋ ਮੇਰੇ ਹਿਸਾਬ ਨਾਲ ਅਸੀਂ ਆਪ ਹੀ ਜ਼ਿੰਮੇਵਾਰ ਹਾਂ, ਅਸੀਂ ਸਾਰੇ ਹੀ ਕਸੂਰਵਾਰ ਹਾਂ। ਇਹਨਾਂ ਸਭ ਵੇਰਵਿਆਂ ਸਾਡੇ ਅਕੋਰਡਿੰਗ ਹੀ ਡਿਪੈਂਡ ਹੁੰਦੇ ਨੇ। ਜੇ ਇਹਨਾਂ ਵੇਰਵਿਆਂ 'ਚ ਸਾਡਾ ਰਿਸਪੌਂਸ ਇਹੋ ਜਿਹਾ ਰਹੇਗਾ ਕਿ ਆਪਾਂ ਪੰਜਾਬੀ ਨੂੰ ਵੀ ਇੰਪੋਰਟੈਂਸ ਦੇਣੀ ਹੈ, ਜ਼ਰੂਰ ਤਾਂ ਦੇਣੀ ਹੈ, ਅਤੇ ਜ਼ਰੂਰ ਸਾਡੀ ਸਰਕਾਰ ਵੀ ਉਸ ਨੂੰ ਇੰਪੋਰਟੈਂਸ ਦੇਗੀ। ਲੋੜ ਹੈ ਕਿ ਸਾਰੀ ਭਾਸ਼ਾਵਾਂ ਨੂੰ ਪ੍ਰੋਪਰ ਸਤਿਕਾਰ ਦਿੱਤਾ ਜਾਵੇ। ਅੰਗਰੇਜ਼ੀ ਵੀ ਜ਼ਰੂਰੀ ਹੈ, ਹਿੰਦੀ ਵੀ ਜ਼ਰੂਰੀ ਹੈ, ਪੰਜਾਬੀ ਵੀ ਜ਼ਰੂਰੀ ਹੈ, ਪਰ ਇਹ ਨਾ ਭੁੱਲੋ ਕਿ ਸਾਡੀ ਮਾਂ ਬੋਲੀ ਸਾਡੀ ਪਹਿਲੀ ਬੋਲੀ ਹੈ। ਧੰਨਵਾਦ। ਬਿਲਕੁਲ, ਬਹੁਤ ਵਧੀਆ ਤੁਸੀਂ ਕਿਹਾ ਕਿ ਸਾਡੀ ਜਿਹੜੀ ਪੰਜਾਬ ਹਰ ਬੋਲੀ ਨੂੰ ਉਨਾ ਹੀ ਸਤਿਕਾਰ ਦੇਣਾ ਚਾਹੀਦਾ ਹੈ। ਪਰ ਤੁਸੀਂ ਸਾਰੇ ਪੰਜਾਬੀ ਹੋ, ਹੈ ਨਾ, ਅਤੇ ਘਰ ਵਿੱਚ ਤੁਹਾਡੇ ਪੰਜਾਬੀ ਬੋਲੀ ਜਾਂਦੀ ਹੈ। ਤੁਸੀਂ ਸਕੂਲ 'ਚ ਆਉਂਦੇ ਹੋ, ਤੁਹਾਨੂੰ ਕਿਹਾ ਜਾਂਦਾ ਹੈ ਕਿ ਇੰਗਲਿਸ਼ 'ਚ ਗੱਲ ਕਰਨੀ ਹੈ ਜਾਂ ਤਾਂ ਹਿੰਦੀ 'ਚ ਗੱਲ ਕਰਨੀ ਹੈ। ਠੀਕ ਹੈ, ਉਹ ਤਾਂ ਕਿਤੇ ਕਹਿੰਦੇ ਸਕੂਲ ਦੀ ਗਲਤੀ ਹੈ। ਕਾਲਜ ਦੀ ਗੱਲ ਕਰੀਏ ਤਾਂ ਸਾਡੇ ਕੋਲ ਸਬਜੈਕਟ ਹੈ ਪੰਜਾਬੀ। ਹਾਲਾਂਕਿ
ਕਹਿੰਦੇ ਨੇ ਕਿਹਾ ਗਿਆ ਹੈ ਕਿ ਜਿਹੜਾ ਪੰਜਾਬੀ ਜਿਹੜੀ ਮੇਨ ਸਾਡੀ ਲੈਂਗੁਏਜ ਹੈ, ਸਾਰੇ ਸਬਜੈਕਟ ਪੰਜਾਬੀ 'ਚ ਹੋਣੇ ਚਾਹੀਦੇ ਆ, ਪਰ ਪੰਜਾਬੀ ਨਹੀਂ ਆਉਂਦੀ ਕਿਉਂਕਿ ਸਾਨੂੰ ਪੰਜਾਬੀ ਸਾਰਿਆਂ ਨੂੰ ਨਹੀਂ ਆਉਂਦੀ। ਕਿਤੇ ਨਾ ਕਿਤੇ ਕਿਹਦੀ ਗਲਤੀ ਹੈ? ਸਰਕਾਰ ਦੀ ਗਲਤੀ ਹੈ, ਤੁਹਾਡੀ ਗਲਤੀ ਹੈ, ਨੌਜਵਾਨ ਪੀੜ੍ਹੀ ਦੀ ਗਲਤੀ ਹੈ। ਪਰ ਹੁਣ ਗੱਲ ਆਉਂਦੀ ਹੈ ਸੋਲਿਊਸ਼ਨ ਦੀ। ਅਸੀਂ ਪ੍ਰੋਬਲਮਸ ਤਾਂ ਡਿਸਕਸ ਕਰ ਲਈਆਂ, ਸੋਲਿਊਸ਼ਨ ਕੀ ਹੈ ਦਾ? ਆਉਣ ਵਾਲੀ ਪੀੜ੍ਹੀ ਕਿਵੇਂ ਪੰਜਾਬੀ ਨਾਲ ਜੁੜੀ ਰਵੇ? ਮੈਮ ਪਹਿਲੀ ਗੱਲ ਤਾਂ ਸਾਨੂੰ ਆਪਦੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਪੰਜਾਬੀ ਪ੍ਰਤੀ ਉਹਨਾਂ ਪਿਆਰ ਨਹੀਂ ਦਿਖਾਉਂਦੇ ਹੈਗੇ, ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਹੀ ਨਹੀਂ ਗਿਆ ਹੈਗਾ। ਉਹਨਾਂ ਨੂੰ ਸ਼ੁਰੂ ਤੋਂ ਅੰਗਰੇਜ਼ੀ ਵੱਲ ਨੂੰ ਕਿਹਾ ਗਿਆ ਕਿ ਵੀ ਨਹੀਂ ਜੀ ਇੰਗਲਿਸ਼ ਬੋਲੋ, ਇੰਗਲਿਸ਼ ਇਜ਼ ਦ ਬੈਸਟ ਲੈਂਗੁਏਜ, ਇੰਟਰਨੈਸ਼ਨਲ ਲੈਂਗੁਏਜ। ਪਰ ਪੰਜਾਬੀ ਸਾਡੀ ਮਾਂ ਬੋਲੀ ਹੈ। ਸਾਨੂੰ ਲੋਰੀਆਂ ਪੰਜਾਬੀ 'ਚ ਸੁਣਾਈਆਂ ਗਈਆਂ ਨੇ, ਸਾਡੇ ਵਿਆਹ ਆਨੰਦ ਕਾਰਜ ਪੰਜਾਬੀ 'ਚ ਹੋਣੇ ਨੇ, ਸਾਡਾ ਭੋਗ ਪੰਜਾਬੀ 'ਚ ਹੋਣਾ ਹੈ। ਫਿਰ ਆਪਾਂ ਸਾਰੀ ਉਮਰ ਅੰਗਰੇਜ਼ੀ ਕਿਉਂ ਬੋਲੀਏ? ਅਤੇ ਰਹੀ ਗੱਲ ਸੋਲਿਊਸ਼ਨ ਦੀ, ਤਾਂ ਮੈਮ ਪਹਿਲੀ ਗੱਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੰਜਾਬੀ ਇੱਕ ਲਾਜ਼ਮੀ ਤੌਰ 'ਤੇ ਲਾਗੂ ਕਰੀ ਜਾਵੇ ਸਾਰੇ ਸਕੂਲਾਂ 'ਚ, ਨਾ ਸਿਰਫ ਸਰਕਾਰੀ ਸਕੂਲਾਂ 'ਚ ਬਲਕਿ ਪ੍ਰਾਈਵੇਟ ਸਕੂਲਾਂ ਵਿੱਚ ਵੀ। ਤਾਂ ਹੀ ਅਸੀਂ ਪੰਜਾਬੀ ਦੇ ਨਾਲ ਜੁੜੇ ਰਵਾਂਗੇ। ਅਤੇ ਰਹੀ ਗੱਲ ਰੋਟੀ, ਜਿਵੇਂ ਰੋਟੀ ਦੀ ਗੱਲ ਹੋਈ ਸੀ ਕਿ ਜੀ ਸਾਨੂੰ ਇੰਗਲਿਸ਼ ਕਰਕੇ ਰੋਟੀ ਮਿਲਦੀ ਆ, ਤਾਂ ਮੈਮ ਇਕੱਲੀ ਰੋਟੀ ਕਰਕੇ ਬੰਦਾ ਜਿਉਂਦਾ ਨਹੀਂ ਹੈਗਾ। ਮੈਂ ਇੱਕ ਨਿੱਕੀ ਜਿਹੀ ਕਵਿਤਾ ਵੀ ਲਿਖੀ ਸੀ ਕਿ ਚੰਡੀਗੜ੍ਹ ਵੱਲ ਜਾਂਦਿਆਂ ਨੂੰ ਸਰਹੰਦ ਦਾ ਰਾਹ ਦੱਸਦਾ ਰਹੂ, ਪੰਜਾਬੀ ਬੋਲੀ ਨੂੰ ਸਾਂਭ ਕੇ ਰੱਖਿਓ ਤਾਂ ਹੀ ਪੰਜਾਬ ਵਸਦਾ ਰਹੂ। ਲੱਖ ਬੋਲ ਲਿਓ ਅੰਗਰੇਜ਼ੀ ਪਰ ਮਝੈਲੀ ਦੀ ਵੀ ਸਮਝ ਰੱਖਿਓ, ਥੋੜ੍ਹਾ ਪੜ੍ਹ ਲਿਓ ਮਲਵਈ ਨੂੰ ਨਾਲੇ ਪੁਆਧੀ ਦੀ ਵੀ ਰਮਜ਼ ਰੱਖਿਓ। ਚੇਤੇ ਰੱਖਿਓ ਕਿ ਬਗਾਨੀ ਬੋਲੀ ਰੁਜ਼ਗਾਰ ਦਿਵਾ ਸਕਦੀ ਆ ਪਰ ਉਹਦੇ ਤੋਂ ਲਾਡ ਪਿਆਰ ਨਹੀਂ ਦੇ ਹੋਣਾ। ਬੇਸ਼ੱਕ ਦੁਨੀਆ ਜਿੱਤ ਲਿਓ ਪਰ ਉਸ ਖਾਤਰ ਆਪਣੀ ਹੋਂਦ ਨੂੰ ਨਾ ਗਵਾਉਣਾ। ਧੰਨਵਾਦ। ਬਿਲਕੁਲ, ਆਪਣੀ ਹੋਂਦ ਨੂੰ ਨਾ ਗਵਾਉਣਾ, ਇਹ ਗੱਲ ਬਿਲਕੁਲ ਸਹੀ ਕਹੀ ਹੈ ਤੁਸੀਂ ਕਿ ਕਿਤੇ ਨਾ ਕਿਤੇ ਜਿਹੜੀ ਸਾਡੀ ਮਾਂ ਬੋਲੀ ਹੈ ਸਾਨੂੰ ਜੋੜ ਕੇ ਰੱਖਦੀ ਹੈ। ਸਾਡੇ ਜਿਹੜੇ ਸਾਡੇ ਬਜ਼ੁਰਗ ਨੇ ਹੈ ਨਾ, ਜਿਹਨਾਂ ਨਾਲ ਆਪਾਂ ਜੁੜੇ ਹੋਏ ਹਾਂ, ਜਿਹਨਾਂ ਤੋਂ ਆਪਾਂ ਸਿੱਖਿਆ ਮਿਲੀ ਹੈ ਨਾ, ਸਾਡਾ ਪੂਰਾ ਫਾਊਂਡੇਸ਼ਨ ਮੈਂ ਕਹਾਂ ਤਾਂ ਸਾਡੀ ਪੰਜਾਬੀ ਹੈ ਅਤੇ ਕਿਤੇ ਨਾ ਕਿਤੇ ਉਸ ਨੂੰ ਬਚਾਉਣਾ ਚਾਹੀਦਾ। ਅਤੇ ਸੋਲਿਊਸ਼ਨ ਦੀ ਆਪਾਂ ਗੱਲ ਕਰ ਰਹੇ ਸੀ, ਤੁਹਾਡੇ ਅਕੋਰਡਿੰਗਲੀ ਕੀ ਸੋਲਿਊਸ਼ਨ ਹੋ ਸਕਦਾ? ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾ ਕੰਮ ਹੈ ਜਾਗਰੂਕਤਾ। ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ। ਅਸੀਂ ਪੰਜਾਬ ਵਾਸੀ ਹਾਂ ਅਤੇ ਪੰਜਾਬ ਵਿੱਚ ਰਹਿ ਕੇ ਅਸੀਂ ਆਪ ਹੀ ਪੰਜਾਬੀ ਨੂੰ ਵਿਸਰੇ ਬੈਠੇ ਹਾਂ ਅਤੇ ਅਸੀਂ ਦੂਜਿਆਂ ਤੋਂ ਆਸ ਰੱਖਦੇ ਹਾਂ ਕਿ ਉਹ ਸਾਡੀ ਮਾਂ ਬੋਲੀ ਨੂੰ ਸਿੱਖਣ ਅਤੇ ਸਮਝਣ। ਸਭ ਤੋਂ ਪਹਿਲਾਂ ਘਰਾਂ ਦਾ ਸਭ ਤੋਂ ਮਹੱਤਤਾ ਮੈਨੂੰ ਲੱਗਦਾ ਹੈ, ਸਭ ਤੋਂ ਪਹਿਲਾਂ ਸਾਨੂੰ ਘਰਾਂ ਨੂੰ ਮਹੱਤਤਾ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਪੰਜਾਬੀ 'ਚ ਵਾਰਤਾਲਾਪ ਕਰਨਾ ਵੀ ਸਿਖਾਉਣਾ ਚਾਹੀਦਾ ਹੈ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਛੋਟੀ ਉਮਰੋਂ ਹੀ ਅੰਗਰੇਜ਼ੀ ਦਾ, ਹਿੰਦੀ ਦਾ ਅਤੇ ਇਸ ਤੋਂ ਇਲਾਵਾ ਪੰਜਾਬੀ ਦਾ ਸਭ ਤੋਂ ਪਹਿਲਾਂ ਗਿਆਨ ਦੇਣ। ਇਹ ਨਹੀਂ ਹੈ ਕਿ ਪੰਜਾਬੀ ਬੋਲਣ ਵਾਲੇ ਦੇਸੀ ਜਾਂ ਪੇਂਡੂ ਹੁੰਦੇ ਨੇ। ਪੰਜਾਬੀ ਸਾਡੀ ਮਾਤ ਭਾਸ਼ਾ, ਇਸ ਨੂੰ ਮਹੱਤਤਾ ਦਿਓ। ਬੱਚਿਆਂ ਨੂੰ ਪੂਰਾ ਸਿਖਾਓ ਕਿ ਪੰਜਾਬੀ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਵੀ ਕੰਮਕਾਜ ਹੁੰਦੇ ਨੇ, ਸਰਕਾਰੀ ਕੰਮਕਾਜ, ਘੱਟੋ ਘੱਟ ਰਾਸ਼ਟਰੀ ਪੱਧਰ 'ਤੇ ਨਹੀਂ ਤੇ ਸਰਕਾਰੀ ਪੱਧਰ 'ਤੇ, ਰਾਜ ਪੱਧਰ 'ਤੇ ਤਾਂ ਇਹ ਕੰਮਕਾਜ ਅਸੀਂ ਪੰਜਾਬੀ ਬੋਲੀ ਵਿੱਚ ਕਰ ਹੀ ਸਕਦੇ ਹਾਂ। ਅਤੇ ਅੰਗਰੇਜ਼ੀ, ਹਿੰਦੀ, ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਹੀ ਸਾਨੂੰ ਪੰਜਾਬੀ ਪੱਧਰ 'ਤੇ, ਪੰਜਾਬੀ ਰਾਜ ਪੱਧਰ 'ਤੇ ਸਾਨੂੰ ਪੰਜਾਬੀ ਦੀ ਮਹੱਤਤਾ ਉਸ ਨੂੰ ਪਛਾਣਨਾ ਚਾਹੀਦਾ ਹੈ। ਧੰਨਵਾਦ। ਸ਼ਰਮਿੰਦਗੀ ਨਾਮ ਇੱਕ ਕਾਫੀ ਜੁੜਿਆ ਹੋਇਆ ਕਿ ਬੱਚਿਆਂ ਨੂੰ ਸ਼ਰਮਿੰਦਗੀ ਬਹੁਤ ਹੁੰਦੀ ਹੈ ਪੰਜਾਬੀ ਬੋਲਦੇ, ਇਸ ਕਰਕੇ ਉਹ ਇੰਗਲਿਸ਼ ਜਾਂ ਹਿੰਦੀ ਬੋਲਦੇ ਆ ਦਿਖਾਉਣ ਲਈ ਕਿ ਅਸੀਂ ਪੜ੍ਹੇ ਲਿਖੇ ਹਾਂ। ਅਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਹਨੂੰ ਆਉਂਦੀ ਹੈ ਉਹ ਪੜ੍ਹਿਆ ਲਿਖਿਆ ਨਹੀਂ ਹੈ ਨਾ। ਅਤੇ ਜਿਹੜਾ ਨੋਸ਼ਨ ਚੱਲ ਰਿਹਾ, ਜਿਹੜੀ ਮਤਲਬ ਦਿਮਾਗ 'ਚ ਇਹ ਬਿਮਾਰੀ ਮੈਂ ਕਹਾਂਗੀ ਚੱਲ ਰਹੀ ਹੈ, ਇਸ ਨੂੰ ਕਿਵੇਂ ਖਤਮ ਕਰਾਂਗੇ? ਮੇਰੇ ਅਕੋਰਡਿੰਗ ਜਿਸ ਵੇ ਨਾਲ ਪੰਜਾਬੀ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਵਾ, ਜਿਸ ਹਿਸਾਬ ਨਾਲ ਗਾਣਿਆਂ ਦੇ ਵਿੱਚ ਜਿਹੜੇ ਪੰਜਾਬੀ ਦੇ ਸ਼ਬਦ ਪੇਸ਼ ਕੀਤੇ ਜਾਂਦੇ ਆ, ਉਸ ਤੋਂ ਹੀ ਸਾਨੂੰ ਲੱਗਦਾ ਕਿ ਇਹ ਭਾਸ਼ਾ ਅੱਛੀ ਨਹੀਂ ਆ। ਪਰ ਅਗਰ ਅਸੀਂ ਦੇਖੀਏ ਤਾਂ ਸਾਡੀ ਗੁਰਬਾਣੀ ਦੇ ਵਿੱਚ ਜਿਹੜੀ ਸਾਡੇ ਬਜ਼ੁਰਗ ਜਿਹੜੇ ਭਾਸ਼ਾ ਯੂਜ਼ ਕਰਦੇ ਆ, ਵਰਤਦੇ ਆ, ਉਹ ਕਿੰਨੀ ਪਿਆਰੀ ਹੈ, ਕਿੰਨੀ ਮਿੱਠੀ ਹੈ। ਅਤੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸਕੂਲਸ ਹੈਗੇ ਆ, ਜਿਹੜੀ ਮੈਂਟੈਲਿਟੀ ਆ ਅਧਿਆਪਕ ਸਾਹਿਬਾਨਾਂ ਦੀ ਬਦਲਣ ਦੀ ਵੀ ਬਹੁਤ ਜ਼ਰੂਰਤ ਹੈ, ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਬੱਚਾ ਇੰਗਲਿਸ਼ ਦੇ ਵਿੱਚ ਗੱਲ ਕਰਦਾ ਉਹਨੂੰ ਸਭ ਤੋਂ ਅੱਗੇ ਰੱਖਦੇ ਆ ਅਤੇ ਜਿਹੜਾ ਪੰਜਾਬੀ 'ਚ ਗੱਲ ਕਰਦਾ ਉਹਨੂੰ ਇਨਡਿਸਿਪਲਿਨ ਚਾਈਲਡ ਕਹਿ ਦਿੱਤਾ ਜਾਂਦਾ ਵਾ। ਤਾਂ ਇਹ ਜਿਹੜੀ ਮੈਂਟੈਲਿਟੀ ਹੈ ਸਾਨੂੰ ਸਭ ਨੂੰ ਹੀ ਚੇਂਜ ਕਰਨੀ ਪੈਣੀ ਆ, ਤਾਂ ਹੀ ਅਸੀਂ ਕੋਈ ਭਵਿੱਖ ਦੇ ਵਿੱਚ ਚੇਂਜ ਦੇਖ ਸਕਦੇ ਹਾਂ। ਹੁਣ ਤਾਂ ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬੀ ਬੋਲਦੇ ਆ। ਕੈਨੇਡਾ ਆਪਾਂ ਕਹਿੰਦੇ ਹਾਂ ਕਿ ਸੈਕਿੰਡ ਪੰਜਾਬ ਕਹਿੰਦੇ ਆ। ਕਿਉਂ ਜਿਹੜੀ ਪੰਜਾਬੀ ਪੂਰੇ ਮਤਲਬ ਗਲੋਬਲੀ ਬੋਲੀ ਜਾਂਦੀ ਹੈ, ਠੀਕ ਹੈ, 100 ਮੋਰ ਕੰਟਰੀਜ਼ ਵਿੱਚ ਬੋਲੀ ਜਾਂਦੀ ਹੈ, ਕਿਉਂ ਆਪਣੇ ਹੀ ਪੰਜਾਬ ਵਿੱਚ ਉਸ ਨੂੰ ਇੰਨਾ ਮਾਣ ਕਿਉਂ ਨਹੀਂ ਦਿੱਤਾ ਜਾਂਦਾ? ਕਹਿੰਦੇ ਹਨ ਕਿ ਜਦੋਂ ਤੱਕ ਕੋਈ ਚੀਜ਼ ਸਾਡੇ ਤੋਂ ਖੁੱਸ ਨਹੀਂ ਜਾਂਦੀ ਉਦੋਂ ਤੱਕ ਅਸੀਂ ਉਹਦਾ ਮੁੱਲ ਨਹੀਂ ਪਛਾਣ ਸਕਦੇ। ਇਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬੀ ਸੌਖੀ ਸਾਰੇ ਹੀ ਆਲੇ ਦੁਆਲੇ ਬੋਲਦੇ ਨੇ, ਪਰ ਜਿਸ ਦਿਨ ਇਹ ਪੰਜਾਬੀ ਕੰਨਾਂ ਵਿੱਚ ਸਾਨੂੰ ਸੁਣਨੀ ਬੰਦ ਹੋ ਗਈ ਨਾ, ਜਿਸ ਦਿਨ ਇਕੱਲੀ ਅੰਗਰੇਜ਼ੀ ਰਹਿ ਗਈ ਕੰਨਾਂ ਵਿੱਚ ਪੈਣ ਲਈ, ਉਸ ਦਿਨ ਅਸੀਂ ਤਰਸਾਂਗੇ ਕਿ ਕੋਈ ਪੰਜਾਬੀ ਵਿੱਚ ਵੀ ਸਾਡੇ ਨਾਲ ਗੱਲ ਕਰੇ, ਕੋਈ ਪੰਜਾਬੀ ਵੀ ਬੋਲੇ। ਇਹੀ ਗੱਲ ਹੈ ਕਿ ਬਾਹਰਲੇ ਦੇਸ਼ਾਂ ਵਾਲੇ ਪੰਜਾਬੀ ਨੂੰ ਕਿਉਂ ਸੰਭਾਲ ਰਹੇ ਨੇ, ਕਿਉਂਕਿ ਉਹਨਾਂ ਨੂੰ ਉੱਥੇ ਜਾ ਕੇ ਸਮਝ ਆਇਆ ਕਿ ਅਸੀਂ ਪਿੱਛੇ ਕੀ ਛੱਡ ਕੇ ਆਏ ਹਾਂ, ਅਸੀਂ ਕਿਹੜਾ ਖਜ਼ਾਨਾ ਪਿੱਛੇ ਛੱਡਿਆ ਹੈ। ਇਸ ਲਈ ਉਹਨਾਂ ਨੇ ਉੱਥੇ ਜਾ ਕੇ ਉੱਦਮ ਕੀਤੇ, ਉੱਥੇ ਜਾ ਕੇ ਉਹਨਾਂ ਨੇ ਆਪਣੀ ਭਾਸ਼ਾ ਨੂੰ
ਤੁਸੀਂ ਦੇਖੋ ਇਹ ਤੋਂ ਸਾਨੂੰ ਇਹ ਗੱਲ ਸਿੱਧ ਹੁੰਦੀ ਹੈ ਕਿ ਇਹ ਤਾਂ ਹੈ ਨਹੀਂ ਕਿ ਪੰਜਾਬੀ ਵਿੱਚ ਉਹ ਗੁਣਵੱਤਾ ਨਹੀਂ ਹੈਗੀ ਕਿ ਉਹ ਇੰਨੀ ਉੱਤੇ ਨਹੀਂ ਆ ਸਕਦੀ। ਕੈਨੇਡਾ ਦੇ ਵਿੱਚ ਵੀ ਤਾਂ ਪੰਜਾਬੀ ਬੋਲੀ ਨੂੰ ਜਿਹੜੇ ਸਾਡੇ ਪੰਜਾਬੀ ਭਰਾ ਨੇ ਉਹ ਦੂਜੇ ਸਥਾਨ 'ਤੇ ਲੈ ਕੇ ਆਏ ਨੇ। ਇਹਦਾ ਮਤਲਬ ਗੁਣਵੱਤਾ ਤਾਂ ਸਾਡੀ ਭਾਸ਼ਾ ਵਿੱਚ ਵੀ ਹੈ ਨਾ, ਪਰ ਅਸੀਂ ਉਹਨੂੰ ਹਾਲੇ ਤੱਕ ਸਮਝ ਹੀ ਨਹੀਂ ਪਾਏ ਕਿਉਂਕਿ ਉਹ ਸਾਡੇ ਕਹਿੰਦੇ ਆ ਨਾ ਜਿਵੇਂ ਆਸਾਨੀ ਨਾਲ ਮਿਲ ਜਾਂਦੀ ਹੈ ਸਾਨੂੰ, ਅਤੇ ਜਿਸ ਦਿਨ ਉਹ ਖੁੱਸੇਗੀ ਫਿਰ ਉਹ ਦਿਨ ਸੱਚੀ ਬਹੁਤ ਮਾੜਾ ਹੋਏਗਾ। ਇਸ ਲਈ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਦਿਨ ਕਦੇ ਨਾ ਆਵੇ ਅਤੇ ਅਸੀਂ ਉਸ ਤੋਂ ਪਹਿਲਾਂ ਹੀ ਸੰਭਲ ਜਾਈਏ। ਜਿਵੇਂ ਇੱਕ ਬਾਬਾ ਫਿਰੋਜ਼ਦੀਨ ਸ਼ਰਫ ਜੀ ਦੀਆਂ ਲਾਈਨਾਂ ਨੇ, ਉਹ ਆਖਦੇ ਨੇ, ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਰਵਾਂ ਇੱਥੇ ਤੇ ਅੰਗਰੇਜ਼ੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਬਹੁਤ ਸੋਹਣਾ, ਬਹੁਤ ਸੋਹਣਾ। ਜਦੋਂ ਮੈਂ ਇਹਨਾਂ ਨੂੰ ਸਵਾਲ ਕੀਤਾ ਕਿ ਕਿਉਂ ਮਤਲਬ ਬਾਹਰਲੇ ਦੇਸ਼ਾਂ 'ਚ ਬੋਲੀ ਜਾਂਦੀ, ਤੁਹਾਡੇ ਅਕੋਰਡਿੰਗਲੀ ਕਿਵੇਂ ਮਤਲਬ ਜਿਹੜੇ ਬਾਹਰਲੇ ਦੇਸ਼ਾਂ 'ਚ ਇੰਨੀ ਇੱਜ਼ਤ ਮਿਲਦੀ ਹੈ ਇੱਥੇ ਨਹੀਂ ਮਿਲਦੀ, ਕੀ ਕਰ ਸਕਦੇ ਆਪਾਂ ਇਹਦੇ ਲਈ? ਅਸੀਂ ਇਹਦੇ ਲਈ ਇਹੀ ਕਰ ਸਕਦੇ ਹਾਂ ਕਿ ਇੱਥੇ ਜਦੋਂ ਅਸੀਂ ਰਹਿੰਦੇ ਹਾਂ ਅਤੇ ਅਸੀਂ ਆਪਣੀ ਮਾਂ ਬੋਲੀ ਦੀ ਇੱਜ਼ਤ ਹੈ ਜਿਹੜੀ ਉਹਨੂੰ ਬਚਾ ਲਈਏ। ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਬਾਹਰਲੇ ਦੇਸ਼ਾਂ ਵਿੱਚ ਆਪਣੀ ਮਾਂ ਬੋਲੀ ਨੂੰ ਉਹ ਪਿੱਛੇ ਛੱਡ ਕੇ ਚੱਲ ਜਾਂਦੇ ਨੇ ਅਤੇ ਬਾਅਦ 'ਚ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਅਸੀਂ ਕੀ ਗਵਾ ਦਿੱਤਾ ਹੈ। ਅਤੇ ਇਸ ਕਰਕੇ ਸਾਨੂੰ ਹਲੇ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਆਪਣਾ ਇਹ ਖਜ਼ਾਨਾ ਸਾਂਭ ਕੇ ਰੱਖਣਾ ਚਾਹੀਦਾ ਹੈ। ਅਤੇ ਤੁਹਾਡੇ ਵਿੱਚੋਂ ਕਿਸੇ ਨੇ ਗਾਣਾ ਗਾਣਾ ਸੀ, ਉਹ ਕੌਣ ਹੈ? ਅੱਗੇ ਆ ਜਾਓ। ਬਹੁਤ ਸੋਹਣਾ ਕੁੜੀਆਂ ਗਾਉਂਦੀਆਂ ਨੇ, ਅਤੇ ਕੁਝ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੁਸੀਂ ਗਾਣੇ? ਚਲੋ। ਹਰਭਜਨ ਮਾਨ ਜੀ ਦਾ ਗਾਣਾ ਹੈ ਜਿਹੜੇ ਅਸੀਂ ਦੋਨੋਂ ਗਾਣ ਜਾ ਰਹੇ ਹਾਂ। ਉਹਨਾਂ ਦੇ ਗਾਣੇ ਦੀਆਂ ਕੁਝ ਸਤਰਾਂ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ, ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਘੋਲੀ। ਰਜ ਰਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਖਿਡਾਇਆ ਤੈਨੂੰ, ਮੈਂ ਹੀ ਬੋਲਣ ਲਾਇਆ ਤੈਨੂੰ, ਮੈਂ ਹੀ ਬੋਲਣ ਲਾਇਆ ਤੈਨੂੰ। ਭੁੱਲ ਗਿਆ ਮਾਂ ਦਾ ਪਿਆਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਮਾਂ ਦੀ ਬੋਲੀਆਂ। ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਵੇ ਮੈਂ ਤੇਰੀ ਮਾਂ ਦੀ ਬੋਲੀਆਂ। ਧੰਨਵਾਦ। ਬਹੁਤ ਸੋਹਣਾ ਗਾਇਆ ਇਹਨਾਂ ਨੇ, ਮੈਂ ਤੇਰੀ ਮਾਂ ਦੀ ਬੋਲੀਆਂ। ਅਤੇ ਉਹ ਸਮਾਂ ਆ ਗਿਆ ਜਿੱਥੇ ਆਪਾਂ ਕਹਿੰਦੇ ਹੁੰਦੇ ਹਾਂ ਮਰ ਰਹੀ ਹੈ ਪੰਜਾਬੀ। ਸ਼ਬਦ ਸ਼ਬਦ ਵੱਖ ਵੱਖ ਵਰਡਸ ਜਿਹੜੇ ਸਾਡੇ ਪੰਜਾਬੀ ਦੇ ਨੇ, ਸੈਂਟੈਂਸਿਸ ਜਿਹੜੇ ਹਾਂ ਚਲੋ ਤੁਸੀਂ ਗਾ ਦਿਓ ਪਹਿਲਾਂ ਫਿਰ। ਮੈਂ ਹੁਣ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੋਲੀਆਂ ਚਾਹੇ ਸਿੱਖੋ, ਅੰਗਰੇਜ਼ੀ ਵੀ ਸਿੱਖੋ, ਹੋਰ ਵੀ ਭਾਸ਼ਾਵਾਂ ਸਿੱਖੋ, ਬਟ ਆਪਣੀ ਜਿਹੜੀ ਤੁਹਾਡੀ ਮਾਂ ਬੋਲੀ ਹੈ ਉਹਨੂੰ ਨਾ ਵਿਸਾਰੋ। ਇਸੇ 'ਤੇ ਮੈਂ ਗੁਰਦਾਸ ਮਾਨ ਜੀ ਦੀ ਗਾਈ ਹੋਈ ਦੋ ਚਾਰ ਲਾਈਨਾਂ ਗਾਵਾਂਗੀ। ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਟਾਈਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਟਾਈਦੀ। ਕਿ ਹਰ ਬੋਲੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੋ। ਧੰਨਵਾਦ ਜੀ। ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ। ਇੱਕ ਮੈਨੂੰ ਲੱਗਦਾ ਹੈ ਕਿ ਤੁਸੀਂ ਇੰਸਪੀਰੇਸ਼ਨ ਹੋ, ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਇੰਸਪਾਇਰ ਕਰੋਗੇ। ਅਤੇ ਬਹੁਤ ਇੱਦਾਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਹੋਪ ਕਹਿੰਦੇ ਨੇ, ਉਮੀਦ ਸਾਡੇ ਮਾਂ ਬੋਲੀ ਪੰਜਾਬੀ ਜਿਹੜੇ ਕਿ ਆਪਾਂ ਕਹਿੰਦੇ ਖਤਮ ਹੋ ਰਹੀ ਹੈ, ਇਹ ਉਮੀਦ ਨੇ ਉਸ ਪੰਜਾਬੀ ਦੀ। ਇਹ ਜਿਹੜੇ ਹੈਗੇ ਨੇ ਪੰਜਾਬੀ ਨੂੰ ਅੱਗੇ ਲੈ ਕੇ ਜਾਣਗੇ, ਬਿਲਕੁਲ ਦਿਖ ਰਿਹਾ ਇੱਥੇ। ਅਤੇ ਬਹੁਤ ਵਧੀਆ, ਆਪਣੇ ਲਈ ਇੱਕ ਵਾਰ ਤਾਲੀਆਂ ਹੋ ਜਾਣ। ਤੁਸੀਂ ਬਹੁਤ ਇੰਸਪਾਇਰਿੰਗ ਕੁੜੀਆਂ ਹੋ। ਤਾਂ ਆਖਿਰ 'ਚ ਮੈਂ ਇਹੀ ਕਹਾਂਗੀ, ਜਿਹੜਾ ਸਾਡਾ ਮਤਲਬ ਸਮਾਂ ਆ ਗਿਆ ਜਿੱਥੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਮਰ ਰਹੀ ਹੈ, ਸ਼ਬਦ ਸ਼ਬਦ ਵੱਖ ਵੱਖ, ਤਾਂ ਇਸ ਨੂੰ ਬਚਾਉਣ ਦਾ ਜ਼ਿੰਮਾ ਕੌਣ ਲਏਗਾ? ਉਹੀ ਲੈਣਗੇ ਜਿਹੜੇ ਪੰਜਾਬ ਦੇ ਪਲੇ ਹੋਏ ਹੈ, ਪੰਜਾਬ ਵਿੱਚ ਪੈਦਾ ਹੋਏ ਹੈ। ਅਤੇ ਪੰਜਾਬ ਇਸ ਧਰਤੀ ਨੇ ਤੁਹਾਨੂੰ ਕਿੰਨਾ ਕੁਛ ਦਿੱਤਾ ਹੈ, ਅਤੇ ਉਹੀ ਪੰਜਾਬੀ ਹੁਣ ਖਤਮ ਹੋ ਰਹੀ ਹੈ। ਇਹ ਸਮਾਂ ਜਿਹੜਾ ਉਮੀਦ ਹੈ, ਇਸ ਉਮੀਦ ਨੂੰ ਕਾਇਮ ਰੱਖਣ ਲਈ ਸਿਰਫ ਇਹ ਕੁੜੀਆਂ ਨਹੀਂ ਖੜੀਆਂ ਹੋਣਗੀਆਂ, ਤੁਹਾਨੂੰ ਵੀ ਅੱਗੇ ਆਉਣਾ ਪੈਣਾ ਹੈ। ਸਾਡਾ ਜਿਹੜਾ ਯੰਗਸਟਰ ਹੈ, ਨੌਜਵਾਨ ਹੈ, ਉਸ ਨੂੰ ਅੱਗੇ ਆਉਣਾ ਪੈਣਾ ਹੈ। ਪੰਜਾਬੀ ਬਹੁਤ ਮਿੱਠੀ ਬੋਲੀ ਹੈ, ਇਸ ਨੂੰ ਬਚਾ ਕੇ ਰੱਖੋ। ਕਿਤੇ ਨਾ ਕਿਤੇ ਜਿਹੜਾ ਸਾਡਾ ਪੰਜਾਬੀ ਵਿਰਸਾ ਹੈ
ਉਹ ਪੂਰੇ ਵਰਲਡ ਵਿੱਚ, ਪੂਰੇ ਮਤਲਬ ਵਿਸ਼ਵ ਵਿੱਚ ਇੰਨਾ ਮਾਣ ਮਹਿਸੂਸ ਸਾਨੂੰ ਕਰਵਾਉਂਦਾ ਹੈ, ਪਰ ਸਾਡੇ ਪੰਜਾਬ ਵਿੱਚ ਹੀ ਉਸ ਦੀ ਇੰਨੀ ਆਪਾਂ ਇੱਜ਼ਤ ਨਹੀਂ ਕਰਦੇ। ਉਸ ਨੂੰ ਕਿਤੇ ਨਾ ਕਿਤੇ ਬਦਲਣ ਦੀ ਜ਼ਰੂਰਤ ਹੈ। ਹੋਰ ਇਹੋ ਜਿਹੇ ਮੁੱਦਿਆਂ ਨਾਲ ਅਸੀਂ ਆਉਂਦੇ ਰਵਾਂਗੇ। ਤੁਸੀਂ ਵੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦੀਪਕ ਖੇਬਾ ਦੇ ਨਾਲ ਖੁਸ਼ੀ ਅਰੋੜਾ ਦੀ ਰਿਪੋਰਟ।